ਪਾਠ 21 ਸੰਵਿਧਾਨ ਅਤੇ ਕਾਨੂੰਨ। ਭਾਰਤ ਕਦੋਂ ਆਜ਼ਾਦ ਹੋਇਆ? ਇਹਦਾ ਸਹੀ ਉੱਤਰ ਹੈ ਜੀ 15 ਅਗਸਤ ਸੰਨ 1947 ਈਸਵੀ। ਭਾਰਤ ਦੇ ਸੰਵਿਧਾਨ ਨੂੰ ਬਣਾਉਣ ਵਿੱਚ ਕਿੰਨਾ ਸਮਾਂ ਲੱਗਾ? ਇਸਦਾ ਸਹੀ ਉੱਤਰ ਹੈ ਜੀ 2 ਸਾਲ 11 ਮਹੀਨੇ ਅਤੇ 18 ਦਿਨ। ਭਾਰਤ ਪੂਰਨ ਰੂਪ ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ। ਇਸਦਾ ਸਹੀ ਉੱਤਰ ਹੈ 26 ਜਨਵਰੀ ਸੰਨ 1950। ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ? ਇਸਦਾ ਸਹੀ ਉੱਤਰ ਹੈ ਜੀ 7। ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ? ਇਸਦਾ ਸਹੀ ਉੱਤਰ ਹੈ 31 ਦਸੰਬਰ ਸੰਨ 1929। ਮਹਾਤਮਾ ਗਾਂਧੀ ਦੁਆਰਾ ਸੰਨ 1920 ਈਸਵੀ ਵਿੱਚ ਕਿਹੜਾ ਅੰਦੋਲਨ ਚਲਾਇਆ ਗਿਆ ਸੀ? ਨਾ ਮਿਲਵਰਤਨ ਅੰਦੋਲਨ। ਮਹਾਤਮਾ ਗਾਂਧੀ ਨੇ ਕਿਸ ਸਥਾਨ ਤੇ ਨਮਕ ਕਾਨੂੰਨ ਤੋੜਿਆ? ਸਹੀ ਉੱਤਰ ਹੈ ਜੀ ਡਾਂਡੀ। ਮਸੌਦਾ ਕਮੇਟੀ ਦਾ ਪ੍ਰਧਾਨ ਕੌਣ ਸੀ? ਡਾਕਟਰ ਭੀਮ ਰਾਓ ਅੰਬੇਦਕਰ। ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸਮਾਗਮ ਹੋਏ? ਇਸ ਦਾ ਸਹੀ ਉੱਤਰ ਹੈ ਜੀ 11। ਭਾਰਤ ਵਿੱਚ ਕੁੜੀਆਂ ਦੇ ਮੁਕਾਬਲੇ ਮੁੰਡਿਆਂ ਦਾ ਅਨੁਪਾਤ ਕੀ ਹੈ? ਵੱਧ। ਇੱਕ ਦਿਨ ਵਰਿੰਦਰ ਨੇ ਆਪਣੇ ਦਾਦਾ ਜੀ ਨੂੰ ਪੁੱਛਿਆ ਕਿ ਉਹਨਾਂ ਦਾ ਜਨਮ ਕਦੋਂ ਹੋਇਆ, ਤਾਂ ਵਰਿੰਦਰ ਦੇ ਦਾਦਾ ਜੀ ਨੇ ਦੱਸਿਆ ਕਿ ਉਹਨਾਂ ਦਾ ਜਨਮ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਉਸ ਸਾਲ ਦੌਰਾਨ ਹੋਇਆ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਭਾਰਤ ਦੀ ਵੰਡ ਕਦੋਂ ਹੋਈ ਸੀ? 1947 ਈਸਵੀ ਨੂੰ। ਡਾਕਟਰ BR ਅੰਬੇਦਕਰ ਦੇ ਬਾਰੇ ਤਾਂ ਅਸੀਂ ਸਾਰਿਆਂ ਨੇ ਸੁਣਿਆ ਹੀ ਹੈ। ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿੱਚ ਉਹਨਾਂ ਨੇ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠ ਲਿਖਿਆਂ ਵਿੱਚੋਂ ਉਹ ਕੌਣ ਸਨ? ਸੰਵਿਧਾਨ ਦੀ ਮਸੌਦਾ ਕਮੇਟੀ ਦੇ ਪ੍ਰਧਾਨ ਸਨ। 31 ਦਸੰਬਰ ਸੰਨ 1929 ਨੂੰ ਹੇਠ ਲਿਖੀਆਂ ਨਦੀਆਂ ਦੇ ਕੰਢੇ ਤੇ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਅਗਵਾਈ ਵਿੱਚ ਪਹਿਲੀ ਵਾਰ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ ਅਤੇ ਇਹ ਘੋਸ਼ਣਾ ਕੀਤੀ ਸੀ ਕਿ 26 ਜਨਵਰੀ 1930 ਦਾ ਦਿਹਾੜਾ ਸਾਰੇ ਭਾਰਤ ਵਿੱਚ ਸੁਤੰਤਰਤਾ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਕੀ ਤੁਸੀਂ ਉਸ ਨਦੀ ਦਾ ਨਾਮ ਜਾਣਦੇ ਹੋ? ਸਹੀ ਉੱਤਰ ਹੈ ਜੀ ਰਾਵੀ। ਸਮਾਜਿਕ ਜੀਵਨ ਨੂੰ ਨਿਸ਼ਚਿਤ ਕਰਨ ਲਈ ਕਾਨੂੰਨਾਂ ਦਾ ਹੋਣਾ ਜ਼ਰੂਰੀ ਹੈ। ਇਸ ਕਰਕੇ ਭਾਰਤ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਹੋਇਆ ਸੀ, ਜੋ ਕਿ ਡੈਸ਼ ਅਨੁਸਾਰ ਹੋਇਆ। ਸਹੀ ਉੱਤਰ ਹੈ ਜੀ ਸੰਵਿਧਾਨ। ਇਹ ਇੱਕ ਕਾਨੂੰਨੀ ਦਸਤਾਵੇਜ਼ ਹੈ। ਇਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਇਹ ਕੀ ਹੈ? ਇਸ ਦਾ ਸਹੀ ਉੱਤਰ ਹੈ ਜੀ ਸੰਵਿਧਾਨ। ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ ਸੀ। ਇਹ ਦਿਨ ਸਾਰੇ ਭਾਰਤ ਵਿੱਚ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਕੀ ਤੁਸੀਂ ਇਸ ਦੀ ਮਿਤੀ ਦੱਸ ਸਕਦੇ ਹੋ? ਸਹੀ ਉੱਤਰ ਹੈ ਜੀ 26 ਜਨਵਰੀ 1950। ਕਾਨੂੰਨ ਲਾਗੂ ਕਰਵਾਉਣ ਦਾ ਕੰਮ ਸਰਕਾਰ ਦੇ ਕਿਹੜੇ ਅੰਗ ਦੁਆਰਾ ਕੀਤਾ ਜਾਂਦਾ ਹੈ? ਸਹੀ ਉੱਤਰ ਹੈ ਜੀ ਨਿਆਂਪਾਲਿਕਾ। ਜੀਤੇ ਦੇ ਵੱਡੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਉਸ ਦੇ ਸਹੁਰੇ ਵਾਲਿਆਂ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਦਾਜ ਲੈਣਾ ਚਾਹੁੰਦਾ ਹੈ, ਤਾਂ ਜੀਤੇ ਦੇ ਭਰਾ ਨੇ ਕਿਹਾ ਕਿ ਉਹ ਦਾਜ ਨਹੀਂ ਲਵੇਗਾ, ਕਿਉਂਕਿ ਇਹ ਕ੍ਰਿਤੀ ਨੂੰ ਇੱਕ ਕਾਨੂੰਨ ਦੁਆਰਾ ਜੁਰਮ ਕਰਾਰ ਦਿੱਤਾ ਗਿਆ ਹੈ। ਕੀ ਤੁਸੀਂ ਉਸ ਕਾਨੂੰਨ ਦਾ ਨਾਮ ਦੱਸ ਸਕਦੇ ਹੋ? ਸਹੀ ਉੱਤਰ ਹੈ ਜੀ ਦਾਜ ਰੋਕੂ ਕਾਨੂੰਨ ਸੰਨ 1961। ਦੀਪਕ ਦੇ ਦਾਦਾ ਜੀ ਉਸ ਨੂੰ ਅਕਸਰ ਮਹਾਤਮਾ ਗਾਂਧੀ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਸੀ। ਇੱਕ ਦਿਨ ਉਹਨਾਂ ਨੇ ਦੱਸਿਆ ਕਿ ਗਾਂਧੀ ਨੇ ਭਾਰਤ ਛੱਡੋ ਅੰਦੋਲਨ ਚਲਾਇਆ, ਤਾਂ ਉਹਨਾਂ ਨੇ ਵੀ ਉਸ ਅੰਦੋਲਨ ਵਿੱਚ ਹਿੱਸਾ ਲਿਆ ਸੀ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਅੰਦੋਲਨ ਕਿਹੜੇ ਸਾਲ ਵਿੱਚ ਹੋਇਆ ਸੀ? ਸੰਨ 1942। ਪਾਠ 22 ਧਰਮ ਨਿਰਪੱਖਤਾ ਦੀ ਮਹੱਤਤਾ ਅਤੇ ਆਦਰਸ਼ ਲਈ ਕਾਨੂੰਨ। ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਹਨ? ਸਹੀ ਉੱਤਰ ਹੈ ਜੀ ਤੀਸਰਾ ਭਾਗ। ਬਹੁਤ ਸਾਰੇ ਦੇਸ਼ਾਂ ਵਿੱਚ ਪ੍ਰਸ਼ਾਸਨ ਨੂੰ ਚਲਾਉਣ ਲਈ ਸੰਵਿਧਾਨ ਦੀ ਜ਼ਰੂਰਤ ਹੁੰਦੀ ਹੈ। ਦੱਸੋ ਕਿਹੜੇ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ? ਸਹੀ ਉੱਤਰ ਹੈ ਜੀ ਭਾਰਤ। ਮਨੁੱਖ ਨੂੰ ਘੁੰਮਣ ਫਿਰਨ, ਵਿਚਾਰ ਪ੍ਰਗਟ ਕਰਨ, ਕੋਈ ਵੀ ਕੰਮ ਧੰਦਾ ਸ਼ੁਰੂ ਕਰਨ ਦੀ ਆਜ਼ਾਦੀ ਲਿਖਤੀ ਰੂਪ ਵਿੱਚ ਇੱਕ ਪੁਸਤਕ ਦੁਆਰਾ ਪ੍ਰਦਾਨ ਕੀਤੀ ਗਈ ਹੈ। ਇਸ ਪੁਸਤਕ ਦਾ ਕੀ ਨਾਮ ਹੈ? ਸਹੀ ਉੱਤਰ ਹੈ ਜੀ ਸੰਵਿਧਾਨ। ਭਾਰਤੀ ਸੰਵਿਧਾਨ ਵਿੱਚ ਵੱਖ-ਵੱਖ ਅਨੁਛੇਦਾਂ ਦੀ ਵਿਵਸਥਾ ਕੀਤੀ ਗਈ ਹੈ। ਇਹਨਾਂ ਅਨੁਛੇਦਾਂ ਅਨੁਸਾਰ ਕਿਹੜੇ ਭੇਦ ਭਾਵ ਨੂੰ ਖਤਮ ਕੀਤਾ ਗਿਆ ਹੈ? ਰੰਗ, ਨਸਲ, ਧਰਮ, ਇਹਨਾਂ ਸਾਰੇ ਹੀ ਭੇਦਾਂ ਨੂੰ ਖਤਮ ਕੀਤਾ ਗਿਆ ਹੈ।
ਭਾਰਤੀ ਸੰਵਿਧਾਨ ਵਿੱਚ ਅਨੁਛੇਦ ਦਿੱਤੇ ਗਏ ਹਨ। ਹੇਠਾਂ ਦਿੱਤਿਆਂ ਵਿੱਚੋਂ ਅਨੁਛੇਦ 19 ਦੇ ਅਨੁਸਾਰ ਕਿਹੜੀ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ? ਵਿਚਾਰ ਪ੍ਰਗਟ ਕਰਨ ਦੀ, ਭਾਰਤ ਵਿੱਚ ਘੁੰਮਣ ਫਿਰਨ ਦੀ, ਰੋਜ਼ਗਾਰ ਪ੍ਰਾਪਤ ਕਰਨ ਦੀ। ਉਪਰੋਕਤ ਸਾਰੇ। ਭਾਰਤ ਵੱਖ-ਵੱਖ ਰਾਜਾਂ ਅਤੇ ਧਰਮਾਂ ਦਾ ਦੇਸ਼ ਹੈ। ਇਸ ਅਧੀਨ ਰਾਸ਼ਟਰੀ ਏਕਤਾ ਅਤੇ ਅਖੰਡਤਾ ਦੀ ਪ੍ਰਾਪਤੀ ਲਈ ਇੱਕ ਸੋਧ ਕੀਤੀ ਗਈ ਸੀ। ਉਹ ਸੋਧ ਕਿਹੜੀ ਸੀ? ਸਹੀ ਉੱਤਰ ਹੈ ਜੀ 42ਵੀਂ ਸੋਧ। ਭਾਰਤੀ ਸੰਵਿਧਾਨ ਵਿੱਚ ਅਨੁਛੇਦ ਦਿੱਤੇ ਗਏ ਹਨ। ਇਹਨਾਂ ਅਨੁਛੇਦਾਂ ਅਨੁਸਾਰ ਭਾਰਤ ਦੇ ਸਾਰੇ ਨਾਗਰਿਕਾਂ ਨੂੰ ਵੱਖ-ਵੱਖ ਸਮਾਨਤਾਵਾਂ ਦਿੱਤੀਆਂ ਗਈਆਂ ਹਨ। ਇਹ ਅਨੁਛੇਦ ਕਿਹੜੇ ਹਨ? ਅਨੁਛੇਦ 14 ਤੋਂ 18। ਗਣੇਸ਼ ਦੀ ਉਮਰ 18 ਸਾਲ ਹੈ। ਇਸ ਕਾਰਨ ਉਸ ਨੂੰ ਇੱਕ ਨਵਾਂ ਹੱਕ ਮਿਲਿਆ ਹੈ। ਦੱਸੋ ਉਸ ਨੂੰ ਕਿਹੜਾ ਹੱਕ ਮਿਲਿਆ ਹੈ? ਵੋਟ ਪਾਉਣ ਦਾ ਅਧਿਕਾਰ। ਉਹ ਕਿਹੜਾ ਨਿਆਂ ਹੈ ਜਿਸ ਕਰਕੇ ਰਾਹੁਲ ਦੇ ਪਿਤਾ ਜੀ ਨੂੰ ਰੋਜੀ ਰੋਟੀ ਕਮਾਉਣ ਅਤੇ ਬਰਾਬਰ ਦੀ ਮਜ਼ਦੂਰੀ ਲੈਣ ਦਾ ਅਧਿਕਾਰ ਮਿਲਿਆ ਹੈ? ਸਹੀ ਉੱਤਰ ਹੈ ਜੀ ਆਰਥਿਕ ਨਿਆਂ। ਰਮੇਸ਼ ਅਨੁਸੂਚਿਤ ਕਬੀਲੇ ਨਾਲ ਸੰਬੰਧਿਤ ਹੈ। ਉਸ ਨਾਲ ਜਾਤ ਪਾਤ, ਰੰਗ, ਨਸਲ ਅਤੇ ਧਰਮ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾ ਸਕਦਾ। ਇੱਥੇ ਕਿਹੜੇ ਨਿਆਂ ਦੀ ਗੱਲ ਹੋ ਰਹੀ ਹੈ? ਸਹੀ ਉੱਤਰ ਹੈ ਜੀ ਸਮਾਜਿਕ ਨਿਆਂ। ਗੁਰਪ੍ਰੀਤ ਨੇ ਆਪਣੇ ਮਾਤਾ ਜੀ ਕੋਲੋਂ ਪੁੱਛਿਆ ਕਿ ਉਸ ਦਾ ਜਨਮ ਕਿਹੜੇ ਸੰਨ ਵਿੱਚ ਹੋਇਆ ਸੀ, ਤਾਂ ਉਸ ਦੀ ਮਾਤਾ ਜੀ ਨੇ ਕਿਹਾ ਕਿ ਉਸ ਦਾ ਜਨਮ ਉਸ ਸਮੇਂ ਹੋਇਆ ਸੀ ਜਦੋਂ ਦੇਸ਼ ਦੇ 2 ਟੁਕੜੇ ਹੋਏ ਸਨ। ਦੱਸੋ ਗੁਰਪ੍ਰੀਤ ਦਾ ਜਨਮ ਕਿਸ ਸਮੇਂ ਹੋਇਆ? 1947 ਵਿੱਚ ਆਜ਼ਾਦੀ ਸਮੇਂ। ਭਾਰਤ ਸਦੀਆਂ ਤੱਕ ਗੁਲਾਮ ਰਿਹਾ ਅਤੇ ਇਸ ਗੁਲਾਮੀ ਦਾ ਮੁੱਖ ਕਾਰਨ ਧਾਰਮਿਕ ਕੱਟੜਤਾ ਸੀ। ਇਸ ਕੱਟੜਤਾ ਨੂੰ ਖਤਮ ਕਰਨ ਲਈ ਕਿਹੜਾ ਸਿਧਾਂਤ ਅਪਣਾਇਆ ਗਿਆ? ਸਹੀ ਉੱਤਰ ਹੈ ਜੀ ਧਰਮ ਨਿਰਪੱਖਤਾ ਦਾ ਸਿਧਾਂਤ। ਇਹ ਇੱਕ ਕਿਸਮ ਦਾ ਦਸਤਾਵੇਜ਼ ਹੁੰਦਾ ਹੈ। ਇਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼, ਉਸ ਦੇ ਮੌਲਿਕ ਸਿਧਾਂਤਾਂ ਅਤੇ ਉਸ ਦੇ ਆਦਰਸ਼ਾਂ ਦਾ ਵਰਣਨ ਕੀਤਾ ਹੁੰਦਾ ਹੈ। ਇਸ ਦਸਤਾਵੇਜ਼ ਦਾ ਕੀ ਨਾਮ ਹੈ? ਸਹੀ ਉੱਤਰ ਹੈ ਜੀ ਪ੍ਰਸਤਾਵਨਾ। ਭਾਰਤੀ ਸੰਵਿਧਾਨ ਵਿੱਚ ਕੁਝ ਭਾਗ ਦਰਜ ਕੀਤੇ ਗਏ ਹਨ। ਇਹਨਾਂ ਵਿੱਚੋਂ ਇੱਕ ਭਾਗ ਵਿੱਚ ਸਮਾਨਤਾ ਦਾ ਅਧਿਕਾਰ ਦਰਜ ਕਰਕੇ ਅਸਮਾਨਤਾਵਾਂ ਨੂੰ ਖਤਮ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਭਾਗ ਦਾ ਕੀ ਨਾਮ ਹੈ? ਭਾਗ 3। ਪਿਆਰੇ ਬੱਚਿਓ, ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ।